26 ਮਈ ਦੇ ਇਤਿਹਾਸਕ ਦਿਨ ਉੱਤੇ ਜਦੋਂ ਸਾਰੇ ਭਾਰਤ ਵਾਸੀਆਂ ਨੇ ਅੱਜ ਮੋਦੀ ਸਰਕਾਰ ਦੇ ਵਿਰੁੱਧ ਰੋਸ ਦਿਵਸ ਮਨਾਇਆ ਮਜ਼ਦੂਰ ਕਿਸਾਨ ਅੰਦੋਲਨ ਦੀ ਯਕਜਹਿਤੀ ਦੇ ਹੱਕ 'ਚ, ਤੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਔਰ ਸਾਰੀ ਦੁਨੀਆ 'ਚ ਵਸਦੇ ਆਪਣੇ ਮਿੱਤਰਾਂ ਨੂੰ, ਭੈਣਾਂ ਭਰਾਵਾਂ ਨੂੰ ਵਧਾਈ ਦਿੰਦਾ, ਜਿਨ੍ਹਾਂ ਨੇ ਅੱਜ ਬਹੁਤ ਵੱਡੇ ਪੈਮਾਨੇ 'ਤੇ ਆਪਣੇ ਘਰਾਂ 'ਤੇ, ਆਪਣੇ ਕਾਰੋਬਾਰ ਅਦਾਰਿਆਂ 'ਤੇ, ਆਪਣੇ ਵਹੀਕਲਸ 'ਤੇ ਕਾਲੇ ਝੰਡੇ ਲਾ ਕੇ ਜਿੱਥੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਆ, ਉੱਥੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਆ, ਜਿਹੜਾ ਬਹੁਤ ਹੀ ਬੇਰਹਿਮੀ ਨਾਲ, ਬਹੁਤ ਹੀ ਭੈੜੇ ਤਰੀਕੇ ਨਾਲ ਇਸ ਅੰਦੋਲਨ ਨੂੰ ਕੁਚਲਣਾ ਚਾਹੁੰਦਾ ਆ। ਲੋਕਾਂ ਦੇ ਵਿਰੋਧ ਦੇ ਵਿੱਚੋਂ ਉੱਠੀ ਆਵਾਜ਼ ਨੂੰ ਮੈਂ ਸਲਾਮ ਕਰਦਾ ਔਰ ਦੁਨੀਆ ਭਰ ਦੇ ਲੋਕਾਂ ਨੂੰ ਵਧਾਈ ਦਿੰਦਾ। ਜਿਹੜਾ ਮਸਲਾ ਅੱਜ ਮੈਂ ਤੁਹਾਡੇ ਸਾਹਮਣੇ ਜ਼ਰੂਰੀ ਪੇਸ਼ ਕਰਨ ਵਾਸਤੇ ਹਾਜ਼ਰ ਹੋਇਆ, ਉਹ ਮਸਲਾ ਇਹ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਇੱਕ ਮੋਦੀ ਸਰਕਾਰ ਦੇ ਸ਼ਿਸ਼ਕਾਰੇ ਹੋਏ ਯੋਗ ਗੁਰੂ ਰਾਮਦੇਵ ਦੇ ਬਾਰੇ ਜਿਹੜੀਆਂ ਉਹਨੇ ਟਿੱਪਣੀਆਂ ਕੀਤੀਆਂ ਡਾਕਟਰਾਂ ਬਾਰੇ, ਐਲੋਪੈਥੀ ਬਾਰੇ, ਔਰ ਉਹ ਟਿੱਪਣੀਆਂ ਇੰਨੀਆਂ ਖਤਰਨਾਕ ਆ, ਇੰਨੀਆਂ ਘਟੀਆ ਆ, ਜਿਹਦਾ ਨੋਟਿਸ ਲੈਣਾ ਬਹੁਤ ਜ਼ਰੂਰੀ ਆ। ਅੱਜ ਮੈਂ ਉਸ ਮੁੱਦੇ 'ਤੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਸਾਰੇ ਜਾਣਦੇ ਆ ਕਿ ਕਰੋਨਾ ਮਹਾਮਾਰੀ 'ਚ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਹੈ, ਹੋਰ ਲੱਖਾਂ ਲੋਕ ਪੀੜਤ ਆ। ਭਾਰਤ ਇਸ ਗੱਲ 'ਚ ਫਸਿਆ ਹੋਇਆ ਕਿ ਹਾਲੇ ਤੱਕ ਸਾਡੇ ਕੋਲ ਨਾ ਇਸ ਰੋਗ ਨੂੰ ਨਜਿੱਠਣ ਵਾਸਤੇ ਕੋਈ ਕਿਸੇ ਕਿਸਮ ਦਾ ਯੋਗ ਪ੍ਰਬੰਧ ਆ, ਨਾ ਡਾਕਟਰੀ ਸਹੂਲਤਾਂ ਆ, ਨਾ ਇੱਥੇ ਹਾਲੇ ਲੋਕਾਂ ਨੂੰ ਦਵਾਈਆਂ ਮੁਹੱਈਆ ਹੋ ਰਹੀਆਂ, ਨਾ ਬੈੱਡ ਮੁਹੱਈਆ ਹੋ ਰਹੇ ਆ। ਟੀਕੇ ਦਾ ਅਨਾਊਂਸਮੈਂਟ ਕਰਨ ਤੋਂ ਬਾਅਦ ਵੀ ਲੋਕੀ ਲਾਈਨਾਂ ਲਾ ਕੇ ਖੜੇ ਆ, ਟੀਕਾ ਨਹੀਂ ਲੱਗ ਰਿਹਾ। ਔਰ ਇਹਦੇ ਵਿੱਚ ਮੋਦੀ ਸਰਕਾਰ ਦੀ ਬਹੁਤ ਕਿਰਕਰੀ ਹੋ ਗਈ ਆ, ਲੋਕਾਂ 'ਚ ਬਹੁਤ ਨਫ਼ਰਤ ਪੈਦਾ ਹੋ ਗਈ ਆ ਕਿ ਜਿਹੜਾ ਸਾਡੇ ਦੇਸ਼ ਨੂੰ ਦੁਨੀਆ ਭਰ ਦਾ ਗੁਰੂ ਬਣਾਉਣ ਦੀਆਂ ਗੱਲਾਂ ਕਰਦਾ ਸੀ, ਜਿਹਨੇ ਦੁਨੀਆ ਦੇ ਮੰਚਾਂ 'ਤੇ ਜਾ ਕੇ ਇੱਕ ਸ਼ਬਦ ਨਹੀਂ ਬੋਲਿਆ ਕਿ ਅਮਰੀਕਾ ਤੇ ਯੂਰਪ ਦੇ ਦੁਨੀਆ ਦੇ ਲੋਕਾਂ ਜਿਹੜੇ ਲੋਕ ਮਰ ਰਹੇ ਆ, ਮੇਰੀ ਉਹਨਾਂ ਦੇ ਨਾਲ ਹਮਦਰਦੀ ਆ, ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ, ਬਲਕਿ ਉੱਥੇ ਕਹਿ ਕੇ ਆਇਆ ਵੀ ਅਸੀਂ ਭਾਰਤ ਵਾਸੀਆਂ ਨੇ ਤੇ ਕਾਬੂ ਪਾ ਲਿਆ ਇਸ ਰੋਗ ਦੇ ਉੱਤੇ। ਅੱਜ ਉਸ ਦੇਸ਼ ਦੀ ਅਵਸਥਾ ਇਹ ਆ ਕਿ ਲੱਖਾਂ ਲੋਕ ਬੈੱਡ ਦੁੱਖੋਂ ਬਾਹਰ ਸੜਕਾਂ 'ਤੇ ਲੁੱਟ ਰਹੇ ਆ। ਆਕਸੀਜਨ ਨਹੀਂ ਮਿਲ ਰਹੀ ਲੋਕਾਂ ਨੂੰ, ਦਵਾਈਆਂ ਨਹੀਂ ਮਿਲ ਰਹੀਆਂ, ਔਰ ਸਭ ਤੋਂ ਮੰਦਭਾਗੀ ਗੱਲ ਇਹ ਆ ਵੀ ਹਜ਼ਾਰਾਂ ਲਾਸ਼ਾਂ ਨੂੰ ਲੋਕਾਂ ਨੇ ਦਰਿਆਵਾਂ 'ਚ ਰੋੜ ਦਿੱਤਾ, ਰੇਤਿਆਂ ਥੱਲੇ ਦੱਬ ਦਿੱਤਾ, ਕਿਉਂਕਿ ਉਹ ਸੰਸਕਾਰ ਕਰਨ ਦੇ ਕਾਬਲ ਨਹੀਂ ਹਨ, ਉਹਨਾਂ ਕੋਲ ਪੈਸੇ ਨਹੀਂ ਹਨ। ਜਿਹੜੀ ਗੰਗਾ ਨੂੰ ਪਵਿੱਤਰ ਕਰਨ ਦੇ ਨਾਂ 'ਤੇ ਲੋਕਾਂ ਦੀਆਂ ਵੋਟਾਂ ਲਈਆਂ ਗਈਆਂ, ਉਸ ਗੰਗਾ ਨਦੀ ਦੇ ਕਿਨਾਰੇ 16 ਸਕਿੰਟਾਂ 'ਚ 18 ਲਾਸ਼ਾਂ ਗਿਣੀਆਂ ਗਈਆਂ ਇੱਕ ਦਿਨ। ਔਰ ਜਿਹੜਾ ਪੱਤਰਕਾਰ ਨੇ ਕਿਹਾ ਵੀ ਮੈਂ ਜਿਸ ਹੱਦ ਤੱਕ ਦੇਖ ਸਕਦਾ ਮੀਲਾਂ ਬੱਧੀ ਉੱਥੇ ਤੱਕ ਮੈਨੂੰ ਇੱਦਾਂ ਲਾਸ਼ਾਂ ਦੇ ਢੇਰ ਮਿਲਦੇ ਆ। ਮੋਦੀ ਸਰਕਾਰ ਦੀ ਜਿਸ ਤਰ੍ਹਾਂ ਦੇ ਨਾਲ ਨਜਿੱਠਣ ਦੀ ਨੀਤੀ ਹੈ, ਨੰਗੀ ਹੋਈ ਆ, ਉਹਦੇ ਖਿਲਾਫ ਲੋਕਾਂ 'ਚ ਇੱਕ ਨਫ਼ਰਤ ਪੈਦਾ ਹੋ ਗਈ ਆ। ਉਸ ਨਫ਼ਰਤ ਨੂੰ ਖਾਰਜ ਕਰਨ ਵਾਸਤੇ ਉਹਨੇ ਆਪਣਾ ਇੱਕ ਸ਼ਿਸ਼ਕਾਰਿਆ ਹੋਇਆ ਬੰਦਾ ਪੇਸ਼ ਕਰ ਦਿੱਤਾ, ਯੋਗ ਗੁਰੂ ਰਾਮਦੇਵ। ਉਹਦਾ ਤਾਂ ਮੋਦੀ ਸਰਕਾਰ ਨੇ ਬਹੁਤ ਸਾਰੇ ਹੋਰ ਸ਼ਡਯੰਤਰ ਵੀ ਯਤਨ ਕੀਤੇ ਆ, ਆਪਣੇ ਬੰਦਿਆਂ ਰਾਹੀਂ ਪ੍ਰਚਾਰ ਕਰਨ ਦਾ ਯਤਨ ਕੀਤਾ, ਵਿਰੋਧੀਆਂ 'ਤੇ ਹਮਲੇ ਕਰਨ ਦਾ ਯਤਨ ਕੀਤਾ, ਕਦੀ ਕਿਸਾਨ ਅੰਦੋਲਨ ਨੂੰ ਕਹਿਤਾ ਇਹਨੇ ਇਹ ਕਰੋਨਾ ਪੈਦਾ ਕੀਤਾ ਆ। ਲੇਕਿਨ ਲੱਖਾਂ ਲੋਕਾਂ ਦਾ ਕੁੰਭ ਮੇਲਾ ਉਹਨੂੰ ਨਹੀਂ ਦਿਸਦਾ, ਲੱਖਾਂ ਲੋਕਾਂ ਦੀਆਂ ਰੈਲੀਆਂ ਜਿਹੜੀਆਂ ਦੂਜਿਆਂ ਸੂਬਿਆਂ 'ਚੋਂ ਸੱਦ ਕੇ ਬੰਗਾਲ 'ਚ ਕਰਾਈਆਂ ਗਈਆਂ, ਉਹ ਵੀ ਨਹੀਂ ਦੀਦੀਆਂ। ਗੁਜਰਾਤ ਦੀ ਧਰਤੀ 'ਤੇ ਹਜ਼ਾਰਾਂ ਔਰਤਾਂ ਸਿਰ 'ਤੇ ਘੜੇ ਚੱਕ ਕੇ ਸ਼ਰਧਾ ਦੇ ਨਾਲ ਜਾ ਰਹੀਆਂ ਕਿ ਕਰੋਨਾ ਦੂਰ ਹੋ ਜਾਏਗਾ, ਉਹ ਤਾਂ ਨਹੀਂ ਦਿਸਦਾ। ਲੇਕਿਨ ਆਪਣੀ ਜਾਨ ਦੀ ਬਾਜ਼ੀ ਲਾ ਕੇ ਸੈਂਕੜੇ ਕਿਸਾਨਾਂ ਦੀ ਸ਼ਹਾਦਤ ਦੇ ਬਾਵਜੂਦ ਵੀ ਮੋਦੀ ਸਰਕਾਰ ਸਾਡੀਆਂ ਯੋਗ ਮੰਗਾਂ ਕਿਸਾਨਾਂ ਮਜ਼ਦੂਰਾਂ ਦੀਆਂ ਨਹੀਂ ਮੰਨ ਰਹੀ, 3 ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਜਿਹੜੀ ਇਹਦੇ ਪੱਖੋਂ ਉਹਦੀ ਨਾਕਾਮਯਾਬੀ ਹੋਈ ਹੈ ਤੇ ਉਹਦੇ ਉੱਤੇ ਪਰਦਾ ਪਾਉਣ ਵਾਸਤੇ ਉਹਨੇ ਗੁਰੂ ਰਾਮਦੇਵ ਨੂੰ ਛੱਡਿਆ। ਰਾਮਦੇਵ ਨੇ ਬਹੁਤ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਐਲੋਪੈਥੀ ਦੇ ਬਾਰੇ। ਉਹਨੇ ਡਾਕਟਰਾਂ ਦਾ ਮਖੌਲ ਉਡਾਇਆ, ਜਿਹੜੇ 1000 ਡਾਕਟਰ ਮਰ ਗਏ ਇਸ ਲੜਾਈ ਦੇ ਦੌਰਾਨ, ਜਿਹੜੇ ਸਾਡੇ ਸ਼ਰਧਾ ਦੇ ਪਾਤਰ ਆ। ਉਹ ਸਾਡਾ ਜਿਹੜਾ ਸਟਾਫ ਕੰਮ ਕਰਦਾ, ਸਿਹਤ ਸੇਵਾਵਾਂ ਦਿੰਦਾ, ਉਹ ਲੋਕਾਂ ਦੇ ਸਤਿਕਾਰ ਦਾ ਪਾਤਰ ਆ। ਆਪਣੀ ਜਾਨਾਂ ਨੂੰ ਖਤਰੇ 'ਚ ਪਾ ਕੇ ਉਹ ਲੋਕਾਂ ਦੀ ਸੇਵਾ ਕਰ ਰਿਹਾ।
1000 ਤਾਂ ਡਾਕਟਰ ਦੀ ਜਾਨ ਗਈ ਆ, ਇਹਦੇ ਨਾਲ ਨਰਸਾਂ ਕਿੰਨੀਆਂ ਗਈਆਂ, ਸਾਡੇ ਚੌਥਾ ਦਰਜਾ ਮੁਲਾਜ਼ਮ ਕਿੰਨੀਆਂ ਦੀਆਂ ਜਾਨਾਂ ਗਈਆਂ, ਉਹ ਇੱਕ ਵੱਖਰੀ ਅਵਸਥਾ ਆ। ਉਹਨਾਂ ਦੇ ਬਾਰੇ ਉਹਨੇ ਕਿਹਾ ਵੀ ਜਿਹੜੇ ਟਰ ਕਰਦੇ ਆ, ਉਹਨਾਂ ਦੀ ਡਾਕਟਰਾਂ ਦੇ ਬਾਰੇ ਸ਼ਬਦ ਵਰਤੇ ਆ, ਔਰ ਇਹ ਕਿਹਾ ਵੀ ਐਲੋਪੈਥੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਆ, ਤੇ ਉਹਦਾ ਜਿਹੜਾ ਸੋ ਕਾਲਡ ਉਹ ਕਹਿੰਦਾ ਵੀ ਮੈਂ ਆਪਣਾ ਇਲਾਜ ਚਲਾ ਰਿਹਾ, ਆਯੁਰਵੈਦੀ ਨਾਲ ਚਲਾ ਰਿਹਾ, ਉਹਨੇ ਕਰੋੜਾਂ ਲੋਕਾਂ ਦੀ ਜਾਨ ਬਚਾਈ ਆ। ਉਹ ਕਰੋੜਾਂ ਲੋਕਾਂ ਦੀ ਲਿਸਟ ਪਤਾ ਨਹੀਂ ਕਿੱਥੇ ਉਹਦੇ ਕੋਲ ਆ, ਸਾਨੂੰ ਨਹੀਂ ਪਤਾ। ਜਿਹੜੀ ਐਲੋਪੈਥੀ ਨੂੰ ਕਹਿੰਦਾ ਲੱਖਾਂ ਲੋਕਾਂ ਦੀ ਜਾਨ ਜਿਹਨੇ ਲੈ ਲਈ ਆ, ਅੱਜ ਦੁਨੀਆ ਦੇ ਕਰੋੜਾਂ ਲੋਕ ਉਸ ਐਲੋਪੈਥੀ ਵੱਲ ਨੂੰ ਦੇਖ ਰਹੇ ਆ ਕਿ ਉਹਨਾਂ ਨੂੰ ਟੀਕਾ ਮਿਲ ਜਾਏ, ਉਹਨਾਂ ਨੂੰ ਇਲਾਜ ਮਿਲ ਜਾਏ, ਉਹਨਾਂ ਨੂੰ ਇਹ ਠੀਕ ਆ। ਹਾਲੇ ਤੱਕ ਵੀ ਸਾਇੰਸਦਾਨਾਂ ਦੀਆਂ, ਡਾਕਟਰਾਂ ਦੀਆਂ ਬਹੁਤ ਮਿਹਨਤ ਦੇ ਬਾਵਜੂਦ ਇੱਕ ਹੱਦ ਤੱਕ ਸਾਨੂੰ ਟੀਕਾ ਮਿਲ ਗਿਆ, ਪਰ ਹਾਲੇ ਅਗਲੀਆਂ ਕਾਢਾਂ ਵੀ ਲਗਾਤਾਰ ਕੱਢੀਆਂ ਜਾ ਰਹੀਆਂ ਵੀ ਕੋਵਿਡ ਤੋਂ ਬਾਅਦ ਦੇ ਸਾਈਡ ਇਫੈਕਟ ਦਾ ਕੀ ਬਣੇਗਾ, ਦੂਜੀਆਂ ਗੱਲਾਂ ਕਿਹੜੀਆਂ ਆ। ਬਹੁਤ ਸਾਰੇ ਲੋਕਾਂ ਦਾ ਦੁਨੀਆ 'ਚ ਇਲਾਜ ਲੱਭ ਲਿਆ ਗਿਆ, ਹਾਲੇ ਬਹੁਤ ਸਾਰੇ ਲੋਕਾਂ ਦਾ ਇਲਾਜ ਲੱਭਣਾ ਬਾਕੀ ਆ। ਲੇਕਿਨ ਇਹਦੇ ਪਿੱਛੇ ਬਹੁਤ ਲੱਖਾਂ ਉਹਨਾਂ ਵਿਗਿਆਨੀਆਂ ਦੀ ਸੋਚ ਆ, ਉਹਨਾਂ ਦੀ ਮਿਹਨਤ ਆ। ਲੇਕਿਨ ਇਸ ਰਾਮਦੇਵ ਨੇ ਇੱਕ ਲਾਈਨ 'ਚ ਉਹਨਾਂ ਦੀ ਸਾਰੀ ਮਿਹਨਤ ਨੂੰ ਰੱਦ ਕਰ ਦਿੱਤਾ, ਔਰ ਇਹ ਕਿਹਾ ਗਿਆ ਵੀ ਇਹਨਾਂ ਨੇ ਲੱਖਾਂ ਲੋਕਾਂ ਦੀ ਜਾਨ ਲਈ ਆ, ਤੇ ਉਹਨੇ 2 ਕਰੋੜ ਲੋਕਾਂ ਦੀ ਜਾਨ ਬਚਾਈ ਆ। ਬਹੁਤ ਹੀ ਮੰਦਭਾਗੀ ਕੱਟ ਲਿਆ। ਆਯੁਰਵੈਦੀ ਲੋਕਾਂ ਦਾ ਇਲਾਜ ਕਰੇ, ਲੋਕਾਂ ਦੇ ਜਦੋਂ ਐਲੋਪੈਥੀ ਇਸ ਪੱਧਰ 'ਤੇ ਨਹੀਂ ਸੀ ਆਈ ਤਾਂ ਵੀ ਲੋਕ ਉਸ ਵੇਲੇ ਬਿਮਾਰ ਹੋ ਕੇ ਇਲਾਜ ਕਰਦੇ ਸਨ। ਬਹੁਤ ਸਾਰੀਆਂ ਦੁਨੀਆ 'ਚ ਆਪੋ ਆਪਣੇ ਲੋਕਾਂ ਨੇ ਇਲਾਜ ਲੱਭ ਲਿਆ, ਉਹਦਾ ਅਸਰ ਵੀ ਲੋਕਾਂ 'ਤੇ ਪੈਂਦਾ ਸੀ। ਉਹਦੇ ਵਿਰੋਧੀ ਨਹੀਂ ਹਾਂ, ਕੋਈ ਵੀ ਵਿਰੋਧੀ ਨਹੀਂ ਉਹਦਾ। ਸਾਡੀਆਂ ਮਾਵਾਂ, ਸਾਡੇ ਬਜ਼ੁਰਗਾਂ ਨੇ ਘਰ ਦੀਆਂ ਦਵਾਈਆਂ ਨਾਲ ਇਲਾਜ ਕਰਨੇ ਸ਼ੁਰੂ ਕੀਤੇ ਆ। ਉਸ ਵੇਲੇ ਹਲੇ ਐਲੋਪੈਥੀ ਇਸ ਪੱਧਰ 'ਤੇ ਨਹੀਂ ਸੀ ਪਹੁੰਚੀ, ਪਰ ਉਹਨਾਂ ਬਿਮਾਰੀਆਂ ਦੇ ਇਲਾਜ ਜਿਹੜੇ ਨਹੀਂ ਸਨ ਪਹਿਲਾਂ ਲੱਭੇ, ਅੱਜ ਉਹ ਲੱਭ ਲੈ ਗਏ ਆ। ਮਨੁੱਖ ਦੀ ਉਮਰ ਵਧਾ ਦਿੱਤੀ ਗਈ ਹੈ, ਔਰ ਜਿਹੜੇ ਨਹੀਂ ਲੱਭੇ ਇਲਾਜ ਹਾਲੇ ਉਹਨਾਂ ਵਾਸਤੇ ਸਾਡੇ ਸਾਇੰਸਦਾਨ ਲੱਗੇ ਹੋਏ ਆ। ਲੇਕਿਨ ਇਹ ਜੋਗੀ ਕਹਿ ਰਿਹਾ, ਰਾਮਦੇਵ ਕਹਿ ਰਿਹਾ ਕਿ ਜੇ ਡਾਕਟਰ ਇੰਨੇ ਵੱਡੇ ਆ ਤਾਂ ਫਿਰ ਆਪ ਕਿਉਂ ਮਰਦੇ ਆ। ਇੰਨਾ ਘਟੀਆ ਟਿੱਪਣੀਆਂ ਜੇ ਤੇ ਕੋਈ ਕਹਿਣਾ ਹੀ ਔਖਾ ਆ। ਜਿਹੜਾ ਬੰਦਾ ਲੋਕਾਂ ਦਾ ਭਵਿੱਖ ਦੱਸਦਾ, ਉਹਨੂੰ ਆਪਣੇ ਭਵਿੱਖ ਦਾ ਕੱਲ੍ਹ ਦਾ ਪਤਾ ਨਹੀਂ ਹੈ। ਉਹਦੇ ਬਾਰੇ ਜੋਗੀ ਕੀ ਕਹੂਗਾ ਰਾਮਦੇਵ? ਕਿ ਰਾਮਦੇਵ ਦੇ ਸੰਪਰਦਾ ਦੇ ਬੰਦੇ ਨਹੀਂ ਮਰਦੇ, ਜਿਹੜੇ ਚੋਗੇ ਪਾ ਕੇ ਫਿਰਦੇ ਆ, ਭਗਤ ਸਿੰਘ ਦਾ ਨਾਂ ਲੈਂਦੇ, ਮੁੜ ਕੇ ਸਲਵਾਰ ਪਾ ਕੇ ਭੱਜਦੇ ਆ, ਉਹ ਨਹੀਂ ਮਰਦੇ। ਲੇਕਿਨ ਉਹਨੇ ਐਲੋਪੈਥੀ ਨੂੰ ਡਾਊਨ ਕਰਨ ਵਾਸਤੇ, ਸਾਡੇ ਡਾਕਟਰਾਂ ਦੀ ਬੇਇੱਜ਼ਤੀ ਕਰਨ ਵਾਸਤੇ, ਅਣਵਿਗਿਆਨਕ ਵਿਚਾਰ ਦੇਣ ਵਾਸਤੇ ਕਿਹਾ ਵੀ ਨਹੀਂ ਜੀ ਡਾਕਟਰ ਨਹੀਂ ਮਰਦੇ। ਫਿਰ ਹਾਲੇ ਕੋਈ ਵੀ ਦਾਅਵਾ ਨਹੀਂ ਕਰਦਾ ਕਿਸੇ ਨੇ ਮੌਤ 'ਤੇ ਕਾਬੂ ਨਹੀਂ ਪਾਇਆ, ਪਰ ਮੌਤ ਨੂੰ ਨਜਿੱਠਣ ਵਾਸਤੇ, ਮੌਤ ਦੇ ਨਾਲ ਰੋਗਾਂ ਦਾ ਇਲਾਜ ਲੱਭਣ ਵਾਸਤੇ ਸਾਡੇ ਵਿਗਿਆਨੀਆਂ ਦਾ ਬਹੁਤ ਰੋਲ ਆ। ਔਰ ਜਿਹੜੇ ਗੈਰ ਵਿਗਿਆਨਕ ਤਰੀਕੇ ਆ ਉਹ ਕਾਰਗਰ ਸਿੱਧ ਨਹੀਂ ਹੋ ਰਹੇ। ਲੇਕਿਨ ਰਾਮਦੇਵ ਉਹ ਗੈਰ ਵਿਗਿਆਨਕ ਗੱਲਾਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀਆਂ ਚਾਹੁੰਦਾ। ਕੱਲ੍ਹ ਉਹਨੇ ਬਹਿਸ ਦੇ ਦੌਰਾਨ ਜਦੋਂ IMA ਦੇ ਜਨਰਲ ਸੈਕਟਰੀ ਨੇ ਕਿਹਾ ਕਿ ਗਊ ਮੂਤਰ ਨਾਲ ਕੀ ਇਲਾਜ ਹੋ ਸਕਦਾ, ਤੇ ਉਹਨੂੰ ਬੇਸ਼ਰਮੀ ਨਾਲ ਕਹਿਣ ਲੱਗਾ ਰਾਮਦੇਵ ਵੀ ਤੂੰ ਬ੍ਰਾਹਮਣ ਹੋ ਕੇ ਤੂੰ ਗਊ ਦੇ ਬਾਰੇ ਟਿੱਪਣੀ ਕਰ ਰਿਹਾ। ਉਹ ਕਹਿੰਦਾ ਮੈਂ ਡਾਕਟਰ ਆ, ਮੈਂ ਬ੍ਰਾਹਮਣ ਵੀ ਆ, ਪਰ ਮੈਂ ਤੈਨੂੰ ਸੱਚ ਦੱਸ ਰਿਹਾ, ਤੈਨੂੰ ਇਹਦੇ ਪਰੇਸ਼ਾਨੀ ਕਿਉਂ ਹੋ ਗਈ ਆ? ਲੱਗਦਾ ਵੀ ਮਾਨਸਿਕਤਾ ਕੀ ਰਾਮਦੇਵ ਦੀ ਆ। ਉਹ ਬ੍ਰਾਹਮਣ ਦੇ ਨਾਂ 'ਤੇ ਲੋਕਾਂ ਨੂੰ ਇਕੱਠੇ ਕਰਨਾ ਚਾਹੁੰਦਾ ਵੀ ਗਊ ਦਾ ਪਿਸ਼ਾਬ ਦਾ ਜ਼ਿਕਰ ਕਰਾਂ, ਮੈਂ ਲੋਕਾਂ ਦੀ ਭਾਵਨਾ ਦਾ ਇਸਤੇਮਾਲ ਕਰਾਂ। ਅੱਜ ਉਹਦੇ ਨਾਲ ਦਾ ਬਾਲਾ ਕ੍ਰਿਸ਼ਨ ਨੇ ਸਿਰਾ ਕਰ ਦਿੱਤਾ। ਉਹਦੇ ਨਾਲ ਦਾ ਬੰਦਾ ਜਿਹੜਾ ਠੱਗ ਬੰਦਾ ਨਾਲ ਉਹਦੇ ਆ, ਉਹਨੇ ਕਿਹਾ ਵੀ ਅਸਲ 'ਚ ਜਿਹੜਾ ਰਾਮਦੇਵ ਦੇ ਖਿਲਾਫ ਹਮਲਾ ਹੋ ਰਿਹਾ ਡਾਕਟਰਾਂ ਵੱਲੋਂ, ਇਹ ਅਸਲ 'ਚ ਹਿੰਦੂ ਧਰਮ ਦੇ ਖਿਲਾਫ ਹੋ ਰਿਹਾ, ਕਿਉਂਕਿ ਇੱਥੇ ਉਹ ਈਸਾਈ ਮਤ ਨੂੰ ਭਾਰੂ ਕਰਨਾ ਚਾਹੁੰਦੇ ਆ। ਤੇ ਈਸਾਈ ਮਤ ਨੂੰ ਭਾਰੂ ਕਰਨ ਵਾਸਤੇ ਉਹਨਾਂ ਨੇ ਯੋਗਾ ਦੇ ਉੱਤੇ ਤੇ ਆਯੁਰਵੈਦੀ ਉੱਤੇ ਹਮਲਾ ਸ਼ੁਰੂ ਕਰ ਦਿੱਤਾ। ਇਹ ਵੱਡੀ ਸਾਜ਼ਿਸ਼ ਆ। ਹਿੰਦੂ ਇਹਨੂੰ ਜਾਣ ਲਓ, ਹਿੰਦੂਓ ਇਕੱਠੇ ਹੋ ਜਾਓ। ਜਿਵੇਂ ਕਹਿੰਦੇ ਨਾ ਬਈ ਬਾਹਰ ਆ ਗਿਆ, ਉਹਨਾਂ ਦਾ ਅੰਦਰਲਾ ਕਾਲਾਪਣ ਬਾਹਰ ਆ ਗਿਆ। ਉਹਨਾਂ ਨੂੰ ਬਿਮਾਰੀਆਂ ਦਾ ਇਲਾਜ ਨਾਲ ਨਹੀਂ ਹੈ, ਉਹਨਾਂ ਨੂੰ ਲੋਕਾਂ ਦੀ ਗਰੀਬੀ ਨਾਲ ਨਹੀਂ ਹੈ। ਲੱਖਾਂ ਲੋਕ ਬੇਕਾਰੀ ਨਾਲ ਮਰ ਰਹੇ, ਭੁੱਖੇ ਮਰ ਰਹੇ, ਉਹਨਾਂ ਦੇ ਨਾਲ ਕੋਈ ਚਿੰਤਾ ਨਹੀਂ ਹੈ। ਉਹਨਾਂ ਨੂੰ ਚਿੰਤਾ ਮੋਦੀ ਵਰਗੇ ਉਸ ਸ਼ਾਸਨ ਕਰਨ ਵਾਲੇ ਦੀ ਉਹ ਸੁਪਨਾ ਆ ਹਿੰਦੂ ਰਾਸ਼ਟਰ ਕਾਇਮ ਕਰਨ ਦਾ, ਜਿਹਦੇ ਵਾਸਤੇ ਇਹ ਕੰਮ ਕਰ ਰਿਹਾ। ਤਾਂ ਅੱਜ ਉਹ ਸਾਫ਼ ਹੋ ਗਈ ਗੱਲ ਵੀ ਇਹਦਾ ਇਲਾਜ ਕਰਨਾ ਕੰਮ ਨਹੀਂ ਹੈ। ਇਹ ਮੋਦੀ ਦੀਆਂ ਅਸਫਲਤਾਵਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ ਆ। ਉਹਨੇ ਬਹੁਤ ਵੱਡੀ ਗੱਲ ਕਹੀ ਰਾਮਦੇਵ ਨੇ, ਜਿਹੜੀ ਬਹੁਤ ਘਟੀਆ ਕਿਸਮ ਦੀ ਗੱਲ ਆ। ਉਹ ਕਹਿੰਦਾ ਵੀ ਜਿਨ੍ਹਾਂ ਨੇ ਆਕਸੀਜਨ ਲਈ ਆ ਹਸਪੀਟਲ ਵਿੱਚ, ਉਹ ਜ਼ਿਆਦਾ ਮਰੇ ਆ। ਜਿਨ੍ਹਾਂ ਨੇ ਹਸਪੀਟਲ 'ਚ ਆਕਸੀਜਨ ਨਹੀਂ ਲਈ, ਬਾਹਰ ਰਹੇ ਆ, ਉਹ ਨਹੀਂ ਮਰੇ ਹੈ। ਇਹਦਾ ਅਰਥ ਇਹ ਨਿਕਲੇਗਾ ਵੀ ਜਿਹੜੇ ਲੋਕੀ ਆਕਸੀਜਨ ਲਈ ਟੱਕਰਾਂ ਮਾਰਦੇ ਆ, ਆਕਸੀਜਨ ਨਾਲ ਠੀਕ ਹੋਏ ਆ, ਉਹ ਲੋਕੀ ਤਾਂ ਫਿਰ ਗਲਤ ਹੋਏ ਨਾ ਸਾਰੇ ਹੀ। ਉਹਨਾਂ ਦੇ ਉੱਤੇ ਤਾਂ ਕਾਂਟਾ ਫੇਰ ਦਿਓ। ਫਿਰ ਅਸੀਂ ਤਾਂ ਇਹ ਵੀ ਬੁਰਾ ਕਹਿੰਦੇ ਵੀ ਮੋਦੀ ਆਕਸੀਜਨ ਨਹੀਂ ਲੋਕਾਂ ਨੂੰ ਦੇ ਰਿਹਾ, ਲੋਕਾਂ ਨੂੰ ਟੀਕੇ ਮੁਹੱਈਆ ਨਹੀਂ ਕਰਵਾ ਰਿਹਾ। ਇਦੋਂ ਵੱਡੀ ਹੋਰ ਸੇਵਾ ਕੀ ਹੋਣੀ ਮੋਦੀ ਦੀ?
ਜਿਹੜਾ ਇਹ ਵੀ ਕਹਿੰਦਾ ਵੀ ਆਕਸੀਜਨ ਨਾ ਲੈਣ ਵਾਸਤੇ ਵਾਲੇ ਬੰਦੇ ਜਿਹੜੇ ਉਹ ਜ਼ਿਆਦਾ ਜੀਂਦੇ ਰਹੇ ਆ ਤੇ ਆਕਸੀਜਨ ਲੈਣ ਵਾਲੇ ਜ਼ਿਆਦਾ ਮਰੇ ਆ। ਯੋਗਾ ਗੁਰੂ ਰਿਹਾ, ਕੋਈ ਐਕਸਰਸਾਈਜ਼ਾਂ ਕਰਦਾ ਆ, ਐਕਸਰਸਾਈਜ਼ਾਂ ਕਰਨਾ ਬੁਰੀ ਗੱਲ ਨਹੀਂ ਹੈ। ਜਿਹੜਾ ਯੋਗਾ ਨਹੀਂ ਵੀ ਜਾਣਦਾ ਉਹ ਵੀ ਐਕਸਰਸਾਈਜ਼ਾਂ ਕਰਦਾ ਆ। ਖਿਡਾਰੀ ਐਕਸਰਸਾਈਜ਼ਾਂ ਕਰਦੇ ਆ, ਬਜ਼ੁਰਗ ਲੋਕ ਸੈਰ ਕਰਦੇ ਆ, ਐਕਸਰਸਾਈਜ਼ਾਂ ਕਰਦੇ ਆ। ਸੈਰ ਇਹ ਬੁਰੀ ਗੱਲ ਨਹੀਂ ਹੈ, ਲੇਕਿਨ ਯੋਗਾ ਦਾ ਐਕਸਰਸਾਈਜ਼ ਕਰਨ ਦਾ ਵਿਗਿਆਨ ਨਾਲ ਸਿੱਧਾ ਕੀ ਸੰਬੰਧ ਡਾਕਟਰੀ ਨਾਲ? ਕੋਈ ਕਹੇ ਜੀ ਮੈਂ ਪੁੱਠੀ ਛਾਲ ਤਾਂ ਮਾਰਦਾ ਆ ਪਰ ਮੈਨੂੰ ਕੈਂਸਰ ਦੇ ਇਲਾਜ ਦਾ ਵੀ ਪਤਾ ਆ। ਇਹ ਰਾਮਦੇਵ ਇੱਦਾਂ ਦਾ ਬਣ ਗਿਆ, ਕਈ ਵਾਰੀ ਬੱਸਾਂ 'ਚ ਬੰਦਾ ਆਉਂਦਾ, ਇੱਕ ਉਹ ਪੁੜੀ ਦੇ ਨਾਲ ਦਵਾਈ ਦੇ ਨਾਲ ਕਹਿੰਦਾ ਵੀ ਕੈਂਸਰ ਵੀ ਠੀਕ ਹੋ ਜਾਏਗਾ, ਨਜ਼ਲਾ ਵੀ ਠੀਕ ਹੋ ਜਾਏਗਾ, ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਏਗਾ, ਹਾਰਟ ਵੀ ਠੀਕ ਹੋ ਜਾਏਗਾ। ਫਿਰ ਲੋਕੀ ਮੋਰੇ ਮੁਸਕਰਾਉਂਦੇ ਆ। ਰਾਮਦੇਵ ਇਸ ਤਰ੍ਹਾਂ ਦਾ ਬੰਦਾ ਹੈ ਵੀ ਉਹ ਆਪਣੇ ਪਖੰਡਾਂ ਦੇ ਨਾਲ ਅਣਵਿਗਿਆਨਕ ਤਰੀਕੇ ਨਾਲ ਸਾਰੀ ਦੁਨੀਆ ਦੇ ਮਸਲੇ ਹੱਲ ਕਰਨਾ ਚਾਹੁੰਦਾ ਹੈ। ਅਸਲ 'ਚ ਉਹ ਮੋਦੀ ਦਾ ਬੰਦਾ ਕੰਮ ਕਰ ਰਿਹਾ। ਜਿਹੜੀ ਮੋਦੀ ਦੇ ਗੱਲ ਲੋਕਾਂ ਦੀ ਤੋਏ ਤੋਂ ਹੋ ਰਹੀ ਆ, ਉਹਨੂੰ ਖਾਰਜ ਕਰਨਾ ਚਾਹੁੰਦਾ ਵੀ ਲੋਕੋ ਆਕਸੀਜਨ ਵਾਸਤੇ ਕਿਉਂ ਲੜੀ ਜਾਂਦੇ ਹੋ? ਆਕਸੀਜਨ ਦਾ ਫਾਇਦਾ ਕੀ ਹੈ? ਤੁਹਾਡੇ ਕੋਲ ਆਕਸੀਜਨ ਪਹਿਲਾਂ ਹੀ ਬਹੁਤ ਆ। ਆਯੁਰਵੈਦੀ ਤਾਂ ਤੁਹਾਨੂੰ ਬਚਾ ਲਿਆ ਕਿ ਮੈਂ ਬਚਾਏ ਆ। ਇਹ ਹੋਮੋਪੈਥੀ ਦਾ ਬੰਦੇ ਮਾਰਨ ਦਾ ਸਾਧਨ ਆ। ਇਹ ਡਾਕਟਰ ਦਾ ਮਾੜੇ ਲੋਕ ਆ। ਇਦੋਂ ਵੱਡਾ ਗੁਨਾਹ ਹੋਰ ਕੋਈ ਨਹੀਂ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਸ ਬੰਦੇ ਨੇ ਇਹ ਕਿਹਾ ਵੀ ਮੈਨੂੰ ਆਕਸੀਜਨ ਮਿਲੇ, ਨਹੀਂ ਮਿਲੀ, ਉਹ ਸੋਸ਼ਲ ਮੀਡੀਆ 'ਚ ਪਾਤੀ, ਯੂਪੀ ਦੀ ਯੋਗੀ ਸਰਕਾਰ ਨੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਵੀ ਤੂੰ ਇਹ ਸੋਸ਼ਲ ਮੀਡੀਆ 'ਤੇ ਕਿਉਂ ਪਾਇਆ। ਜਿਹੜਾ ਪੱਤਰਕਾਰ ਕੱਪਨ ਕੇਰਲਾ ਵਿੱਚੋਂ ਤੁਰਿਆ, ਹਾਥਰਸ ਦੇ ਵਿੱਚ ਲੜਕੀ ਦਾ ਰੇਪ ਹੋਇਆ, ਉਹਦੇ ਪਰਿਵਾਰ ਮਾਰ ਦਿੱਤਾ ਗਿਆ, ਉਹ ਕਵਰ ਕਰਨ ਵਾਸਤੇ ਗਿਆ, ਉਹਨੂੰ ਫੜ ਲਿਆ ਗਿਆ ਵੀ ਤੂੰ ਤਾਂ ਦੰਗੇ ਭੜਕਾਉਣ ਵਾਸਤੇ ਚੱਲਿਆ ਉੱਥੇ। ਉਹ ਅੱਜ ਵੀ ਮਥੁਰਾ ਦੀ ਜੇਲ੍ਹ 'ਚ ਗਲ ਰਿਹਾ, ਮਰ ਰਿਹਾ। ਉਹ ਉੱਤੇ ਮੁਕੱਦਮਾ ਦਰਜ ਕਰਤਾ ਦੇਸ਼ ਧਰੋਹੀ ਦਾ। ਮੋਦੀ ਸਰਕਾਰ ਛੱਡਦੀ ਨਹੀਂ ਕਿਸੇ ਨੂੰ। ਜਦੋਂ ਕੋਈ ਇਹ ਕਹਿੰਦਾ ਮੋਦੀ ਸਰਕਾਰ ਮਾੜੀ ਆ, ਉਹ ਦੇਸ਼ ਧਰੋਹੀ ਮੰਨਿਆ ਜਾਂਦਾ। ਪਰ ਜਿਹੜਾ ਦੇਸ਼ ਧਰੋਹੀ 135 ਕਰੋੜ ਲੋਕਾਂ ਨਾਲ ਰਾਮਦੇਵ ਕਰ ਰਿਹਾ, ਉਹਦੇ ਖਿਲਾਫ ਉਹਦੀ ਜ਼ਬਾਨ ਬੰਦ ਆ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਮੰਗ ਕਰਦਾ ਕਿ ਸੁਪਰੀਮ ਕੋਰਟ ਨੂੰ ਇਸ ਰਾਮਦੇਵ ਦੇ ਅਣਵਿਗਿਆਨਕ ਝੂਠ ਦੇ ਪ੍ਰਚਾਰ ਨੂੰ ਸੂਓ ਮੋਟਸ ਲੈਂਦੇ ਹੋਏ ਇਹ 'ਤੇ ਮੁਕੱਦਮਾ ਦਰਜ ਕਰਨਾ ਚਾਹੀਦਾ ਔਰ ਇਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ। ਔਰ ਨਾਲ ਜਿਹੜੀ ਇਹਨੇ 1200 ਕਰੋੜ ਦੀ ਜਾਇਦਾਦ ਜਮ੍ਹਾਂ ਕੀਤੀ ਆ, ਔਰ ਹੋਰ ਵੀ ਕਿੰਨੇ ਕਰੋੜਾਂ ਹੋਰ ਕਿੰਨਾ ਬਣੀ ਆ, ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ, ਆਪਣੇ ਕੱਪੜਿਆਂ ਦਾ ਇਸਤੇਮਾਲ ਕਰਕੇ, ਭਗਵੇਂ ਕੱਪੜਿਆਂ ਦਾ ਔਰ ਯੋਗਾ ਦਾ ਇਸਤੇਮਾਲ ਕਰਕੇ, ਉਹ ਸਾਰੀ ਕੁਰਕ ਕਰਕੇ ਕੋਵਿਡ ਦੇ ਵਾਸਤੇ ਵਰਤੀ ਜਾਣੀ ਚਾਹੀਦੀ ਹੈ। ਜਿਹੜੇ ਕੋਵਿਡ ਤੋਂ ਨਾਲ ਮਰੇ ਆ ਲੋਕ, ਉਹਨਾਂ ਦੇ ਪਰਿਵਾਰਾਂ ਨੂੰ ਮਦਦ ਕਰਨੀ ਚਾਹੀਦੀ। ਮੈਂ ਆਪਣੀ ਪਾਰਟੀ ਵੱਲੋਂ ਮੰਗ ਕਰਦਾ ਹਾਂ। ਇਹੀ ਨਹੀਂ ਇਕੱਲਾ ਗੱਲ ਹੈ। ਇਹ ਜਿਹੜਾ ਪਤੰਜਲੀ ਵਾਲਾ ਰਾਮਦੇਵ ਆ, ਇਹਦੀਆਂ ਬਹੁਤ ਸਾਰੀਆਂ ਪ੍ਰੋਡਕਟਸ ਦੇ ਬਾਰੇ ਪਹਿਲਾਂ ਇਨਕੁਆਇਰੀਆਂ ਹੋ ਚੁੱਕੀਆਂ। ਝੂਠ ਮਾਰਦਾ ਰਿਹਾ ਵੀ WHO ਨੇ ਇਹਨੂੰ ਮਾਨਤਾ ਦੇਤੀ ਦਵਾਈ ਨੂੰ, ਇਹ ਤਾਂ IMA ਨੇ ਮਾਨਤਾ ਦੇਤੀ ਆ, ਲੇਕਿਨ ਉਹ ਬਾਅਦ 'ਚ ਉਹਨੇ ਕਿਹਾ ਨੋ, ਅਸੀਂ ਕੋਈ ਮਾਨਤਾ ਨਹੀਂ ਦਿੱਤੀ ਹੈ। ਝੂਠ ਦੇ ਆਧਾਰ ਦੇ ਉੱਤੇ ਹੀ ਲੋਕਾਂ ਨੂੰ ਬੇਵਕੂਫ ਬਣਾਉਂਦਾ ਰਿਹਾ। ਤਾਂ ਮੈਂ ਇਹ ਚਾਹੁੰਦਾ ਇਹ ਗੱਲ ਬਈ ਡਾਕਟਰਾਂ ਦੀ, ਵਿਗਿਆਨੀਆਂ ਦੀ ਔਰ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਿਹੜੇ ਵੱਡੇ ਵਿਗਿਆਨੀ ਆ, ਡਾਕਟਰ ਆ, ਉਹਨਾਂ ਦੀ ਇੱਕ ਟੀਮ ਬਣਨੀ ਚਾਹੀਦੀ ਆ, ਕਮਿਸ਼ਨ ਬਣਨਾ ਚਾਹੀਦਾ ਜਿਹੜਾ ਇਹਦੇ ਸਾਰੇ ਹੀ ਕਾਰੋਬਾਰ ਨੂੰ ਦੇਖੇ, ਇਹਦੀਆਂ ਦਵਾਈਆਂ ਨੂੰ ਪਰਖੇ ਵਿਗਿਆਨਕ ਨਜ਼ਰੀਏ ਤੋਂ, ਔਰ ਪਰਖ ਕੇ ਇਹਦਾ ਸੱਚ ਤੇ ਝੂਠ ਲੋਕਾਂ ਦੇ ਸਾਹਮਣੇ ਲਿਆਵੇ। ਔਰ ਜੇ ਉਹ ਅਣਵਿਗਿਆਨਕ ਹੋਣ, ਇਹਦੇ ਉੱਤੇ ਫਿਰ ਜਿਹੜਾ ਅੰਧ ਵਿਸ਼ਵਾਸ ਫੈਲਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ ਔਰ ਇਹਦੀ ਸਾਰੀ ਜਾਇਦਾਦ ਨੂੰ ਜ਼ਬਤ ਕੀਤਾ ਜਾਵੇ। ਮੈਂ ਇਹ ਮੰਗ ਕਰਦਾ ਪਾਰਟੀ ਵੱਲੋਂ। ਨਾਲ ਮੈਂ ਇਹ ਵੀ ਮੰਗ ਕਰਦਾ ਕਿ ਜਿਹੜਾ ਇਹ ਪ੍ਰਚਾਰ ਕਰ ਰਿਹਾ, ਜੋ ਟੀਵੀ 'ਤੇ ਬਹਿਸ ਵੀ ਕਰਦਾ ਆ, ਉਦੋਂ ਵੀ ਟੀਵੀ 'ਤੇ ਬਹਿਸ ਕਰਦਾ ਹੋਇਆ ਵੀ ਆਪਣੇ ਪ੍ਰੋਡਕਟਸ ਦਾ ਪ੍ਰਚਾਰ ਕਰਦਾ ਆ। ਇੰਨਾ ਘਟੀਆ ਇਨਸਾਨ ਆ। ਬਹਿਸ ਕਰ ਰਿਹਾ ਕੋਵਿਡ ਦੇ ਮਸਲੇ 'ਤੇ ਸਵਾਲ ਕਰ ਰਿਹਾ ਉਹਨਾਂ ਨੂੰ, ਡਾਕਟਰਾਂ ਨੂੰ, ਵੀ ਆਹ 25 ਬਿਮਾਰੀਆਂ ਦੇ ਇਲਾਜ ਦੱਸੋ ਮੈਨੂੰ, ਤੁਹਾਡੇ ਕੋਲ ਕੀ ਇਲਾਜ ਆ। ਇਹ ਤਾਂ ਇੱਦਾਂ ਦਾ ਮਸਲਾ ਆ ਵੀ ਜਦੋਂ ਕੋਈ ਬੰਦਾ ਖੇਡਦਾ ਹੋਵੇ ਫੁੱਟਬਾਲ, ਉਹਨੂੰ ਕਹੇ ਦੱਸ ਤੇਰੀ ਕਣਕ ਕਿੱਦਾਂ, ਮੈਨੂੰ ਕਣਕ ਦਾ ਮੁਕਾਬਲਾ ਕਰ ਮੇਰੇ ਨਾਲ ਬਹਿ ਕੇ। ਤੇ ਇਹਨਾਂ ਗੱਲ ਕੋਵਿਡ ਦੇ ਸਵਾਲ 'ਤੇ ਹੋ ਰਹੀ ਆ। ਤੂੰ ਨਾ ਤੈਨੂੰ ਗਿਆਨ ਆ ਕੋਈ, ਨਾ ਤੂੰ ਵਿਗਿਆਨ ਪੜ੍ਹਿਆ, ਨਾ ਤੂੰ ਡਾਕਟਰੀ ਪਾਸ ਕੀਤੀ ਕੋਈ। ਲੋਕਾਂ ਦੇ ਬੱਚੇ, ਦੁਨੀਆ ਭਰ ਦੇ ਵਿਗਿਆਨੀਆਂ ਨੇ ਰਾਤਾਂ ਜਾਲ ਕੇ ਪੜ੍ਹ ਕੇ ਇੱਕ ਸਿੱਟੇ 'ਤੇ ਪਹੁੰਚੇ ਆ ਔਰ ਹਾਲੇ ਵੀ ਬਹੁਤ ਸਾਰੇ ਮਸਲੇ ਹੱਲ ਕਰਨ ਵਾਲੇ ਆ, ਪੂਰੇ ਹੋ ਨਹੀਂ ਗਏ। ਇਹ ਕਿਹਾ ਜਾਵੇ ਵੀ ਐਲੋਪੈਥੀ ਨੇ ਸਾਰਾ ਮਸਲਾ ਹੱਲ ਕਰਤਾ, ਨਹੀਂ ਕੀਤਾ ਹੈ ਹਾਲੇ। ਹਾਂ, ਜੇ ਕੋਈ ਆਯੁਰਵੈਦੀ ਨਾਲ ਠੀਕ ਹੁੰਦਾ, ਕਿਸੇ ਨੂੰ ਕੋਈ ਗਿਲਾ ਨਹੀਂ ਹੈ।
ਹੋਮੋਪੈਥੀ ਨਾਲ ਠੀਕ ਹੁੰਦਾ, ਇੱਕ ਵਿਗਿਆਨ ਤੌਰ ਤੇ ਉਹਦਾ ਕੋਈ ਇਸਤੇਮਾਲ ਕਰਦਾ, ਕੋਈ ਬੁਰੀ ਗੱਲ ਨਹੀਂ ਹੈ। ਪਰ ਜੇ ਕੋਈ ਇਹ ਕਵੇ ਕਹਿਣ ਵਾਲਾ ਬਈ ਐਲੋਪੈਥੀ ਜਿਹੜੀ ਲੋਕਾਂ ਦੀ ਜਿੰਦ ਜਾਨ ਆ, ਜਿਹਨੇ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਇਸ ਕਰੋਨਾ ਤੋਂ ਬਚਾਇਆ, ਡਾਕਟਰ ਨੇ ਆਪਣੀਆਂ ਜਾਨਾਂ ਦਿੱਤੀਆਂ, ਨਰਸਾਂ ਸਾਡੀਆਂ ਧੀਆਂ ਭੈਣਾਂ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਉਹ ਲੱਗੀਆਂ ਹੋਈਆਂ, ਉਹਨਾਂ ਦੇ ਬਾਰੇ ਟਿੱਪਣੀਆਂ ਇਹ ਕਰੇ ਵੀ ਇਹ ਸਾਰੇ ਕਾਤਲ ਆ, ਇਹਨਾਂ ਨੇ ਲੱਖਾਂ ਲੋਕ ਮਾਰੇ ਆ। ਮੈਂ ਸਮਝਦਾ ਅਸਲ ਕਾਤਲ ਇਹ ਆ, ਰਾਮਦੇਵ ਕਾਤਲ ਆ। ਇਹ ਬਹਾਦਰ ਕਿੰਨਾ ਕਿਹਾ ਤੁਹਾਨੂੰ ਮੈਂ ਯਾਦ ਹੀ ਕਰਾਉਣਾ ਚਾਹੁੰਦਾ, ਨਿੱਜੀ ਟਿੱਪਣੀ ਕਰਨੀ ਨਹੀਂ ਚਾਹੀਦੀ ਵੀ ਦਿੱਲੀ 'ਚ ਕਰਪਸ਼ਨ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉਹਦੇ 'ਚ ਮਰਨ ਵਰਤੇ ਬਹਿ ਗਿਆ ਧਰਨਾ ਲਾ ਕੇ। ਜਦੋਂ ਪੁਲਿਸ ਆਈ ਤਾਂ ਫਿਰ ਔਰਤ ਦੇ ਕੱਪੜੇ ਪਾ ਕੇ ਛਾਲ ਮਾਰ ਕੇ ਭੱਜ ਗਿਆ। ਲੋਕਾਂ ਨੇ ਦੇਖਿਆ ਕਾਹਦਾ ਇਹ ਤਾਂ ਮੈਂ ਸਮਝਦਾ ਕਿ ਭਗਵੇਂ ਕੱਪੜਿਆਂ ਨੂੰ ਵੀ ਦਾਗ ਲਾਉਣ ਵਾਲਾ ਬੰਦਾ ਆ। ਬਸ ਮੈਂ ਦੁਨੀਆ ਭਰ ਦੇ ਮਿੱਤਰੋ ਤੇ ਭਾਰਤ ਦੇ ਲੋਕੋ, ਮੈਂ RMPA ਵੱਲੋਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ, ਇਸ ਠੱਗ ਨੂੰ ਪਛਾਣੋ। ਅਸਲ ਜੇ ਠੱਗ ਨਹੀਂ ਹੈ, ਇਹਦੇ ਪਿੱਛੇ ਸਰਕਾਰ ਕੰਮ ਕਰਦੀ ਆ ਕੇਂਦਰ ਦੀ, ਉਹ ਆਪਣੀਆਂ ਅਸਫਲਤਾਵਾਂ ਨੂੰ ਢਕਣਾ ਚਾਹੁੰਦੀ ਆ ਔਰ ਇਹਦੇ ਕਰਕੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਇਹਨੂੰ ਜ਼ਮੀਨਾਂ ਦੇ ਰਹੀ ਆ, ਇਹਦਾ ਪ੍ਰਚਾਰ ਕਰ ਰਹੀ ਆ। ਉਹਦੇ ਖਿਲਾਫ ਲੋਕੋ ਉੱਠੋ, ਇਹਦੀਆਂ ਪ੍ਰੋਡਕਟਸ ਦੀਆਂ ਬਾਈਕਾਟ ਕਰੋ। ਜਿੱਥੇ ਦੁਕਾਨਾਂ ਖੁੱਲ੍ਹੀਆਂ ਹੋਈਆਂ, ਜੇ ਕਿਤੇ ਧਰਨਾ ਮਾਰਨ ਨੂੰ ਵੀ ਬਹਿਣਾ ਪਵੇ, ਬੈਠੋ, ਲੋਕਾਂ ਨੂੰ ਦੱਸੋ ਵੀ ਆਹ ਠੱਗ ਬੰਦਾ ਸਾਡੇ ਵਿਗਿਆਨੀਆਂ ਦੇ ਸਾਰੀ ਖੋਜ ਦੇ ਉੱਤੇ ਪਰਦਾ ਪਾ ਕੇ ਉਹਨਾਂ ਨੂੰ ਖੰਡਨ ਕਰ ਰਿਹਾ ਤੇ ਆਪਣੇ ਅੰਧ ਵਿਸ਼ਵਾਸ ਨੂੰ ਲੋਕਾਂ 'ਚ ਫੈਲਾ ਰਿਹਾ। ਇਹਦੀ ਗੱਲ ਸੁਣ ਕੇ ਕੋਈ ਟੀਕਾ ਕਿਉਂ ਲਵਾਏਗਾ? ਕਿਉਂਕਿ ਇਸੇ ਕਰਕੇ ਟੀਕਾ ਲਾਉਣ ਤੋਂ ਭੱਜਦੇ ਆ। ਕਈ ਵਾਰੀ ਪਿੰਡਾਂ 'ਚ ਅਵਸਥਾ ਆਈ ਆ, ਟੀਕਾ ਲਾਉਣ ਵਾਲੇ ਲੋਕਾਂ ਨੇ ਲੜਾਈ ਕੀਤੀ ਆ ਇਹਨਾਂ ਲੋਕਾਂ ਦਾ ਪ੍ਰਚਾਰ ਕਰਕੇ। ਜਦੋਂ ਅੰਧ ਵਿਸ਼ਵਾਸ ਫੈਲਾਉਣਾ ਤੁਸੀਂ ਕੁਦਰਤ ਦੇ ਕਹਿਰ ਦਾ ਮੁਕਾਬਲਾ ਕਰ ਰਹੇ ਹੋ, ਵੱਡੀ ਗਿਣਤੀ ਲੋਕ ਕਰ ਰਹੇ ਆ, ਲੇਕਿਨ ਅੰਧ ਵਿਸ਼ਵਾਸ ਫੈਲਾਉਣ ਵਾਲੇ ਲੋਕਾਂ ਦਾ ਸਮਾਜ ਵਿੱਚ ਬੈਠੇ ਆ, ਇਹ ਮੁਕਾਬਲਾ ਕਰਨਾ ਉਦੋਂ ਵੀ ਜ਼ਰੂਰੀ ਜ਼ਿਆਦਾ ਆ। ਤਾਂ ਮੈਂ ਬਸ ਇੰਨਾ ਹੀ ਮੇਰੇ ਮਨ 'ਚ ਹੈ ਕਿ ਜਿੱਦਾਂ ਇਹ ਰਾਮਦੇਵ ਦਾ ਪ੍ਰਚਾਰ ਕੀਤਾ TV ਤੇ 2 ਦਿਨ ਤੋਂ ਆ ਰਿਹਾ, ਲੋਕੋ ਜਾਗਰੂਕ ਹੋਵੋ। ਸਾਡੀ ਲੜਾਈ ਕੁਦਰਤ ਦੇ ਜੋ ਉਹਨੇ ਸਾਡੇ 'ਤੇ ਕਹਿਰ ਪਾਇਆ ਉਹਦੇ ਖਿਲਾਫ ਵੀ ਆ, ਮੋਦੀ ਸਰਕਾਰ ਦੀ ਬਦ ਇੰਤਜ਼ਾਮੀ ਦੇ ਖਿਲਾਫ ਵੀ ਆ, ਔਰ ਜਿਹੜੀ ਮੋਦੀ ਦੇ ਸ਼ਿਸ਼ਕਾਰੇ ਹੋਏ ਬੰਦੇ ਲੋਕਾਂ ਦੇ ਵਿੱਚ ਜਾ ਕੇ ਮੋਦੀ ਦਾ ਸਫਲਤਾਵਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਆ, ਵਿਗਿਆਨ ਦੀ ਜਗ੍ਹਾ ਅੰਧ ਵਿਸ਼ਵਾਸ ਫੈਲਾਉਣਾ ਚਾਹੁੰਦੇ ਆ, ਉਹਨਾਂ ਦਾ ਵੀ ਲੋਕਾਂ 'ਚ ਐਕਸਪੋਜ਼ ਕਰੋ, ਟਾਕਰਾ ਕਰੋ ਔਰ ਨਾਲ ਇਹ ਮੰਗ ਕਰੋ ਵੀ ਇੱਦਾਂ ਦੇ ਠੱਗਾਂ ਨੂੰ ਲੋਕਾਂ 'ਚੋਂ ਨਿਖੇੜਿਆ ਜਾਵੇ। ਕਿਸੇ ਨੂੰ ਐਕਸਰਸਾਈਜ਼ ਕਰਾਉਣੀ ਹੋਰ ਚੀਜ਼ ਆ, ਡਾਕਟਰੀ ਕਰਨੀ ਹੋਰ ਚੀਜ਼ ਆ। ਕੋਈ ਵਿੱਦਿਆ ਦੇਵੇ ਯੋਗਾ ਦੇ ਆਧਾਰ 'ਤੇ, ਉਹਨਾਂ ਕੋਈ ਵਿਰੋਧ ਨਹੀਂ ਕਿਸੇ ਦਾ। ਯੋਗਾ ਜਿਹੜਾ ਨਹੀਂ ਵੀ ਜਾਣਦਾ ਉਹ ਵੀ ਐਕਸਰਸਾਈਜ਼ਾਂ ਕਰਦਾ ਆ। ਸਾਡਾ ਇਸ ਗੱਲ ਨਾਲ ਮਤਭੇਦ ਕੋਈ ਨਹੀਂ ਹੈ। ਮਤਭੇਦ ਇਸ ਗੱਲ ਨਾਲ ਆ ਤੁਸੀਂ ਲੋਕ ਅੰਧ ਵਿਸ਼ਵਾਸ ਫੈਲਾਉਂਦੇ ਹੋ ਅਤੇ ਲੋਕਾਂ ਨੂੰ ਵਿਗਿਆਨ ਤੋਂ ਦੂਰ ਕਰਕੇ ਉਹਨਾਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਹੋ। ਬਸ ਮੈਂ ਇਹ ਬੇਨਤੀ ਕਰਦਾ ਹੋਇਆ ਜੀ, ਤੁਹਾਡਾ ਸਾਰਿਆਂ ਦਾ ਰਿਣੀ ਆ। ਤੁਸੀਂ ਜਿਹਨਾਂ ਨੇ ਸੁਣਿਆ ਉਹ ਅੱਗੇ ਗੱਲ ਕਰਨ, ਜਿਹਨਾਂ ਨੇ ਨਹੀਂ ਸੁਣਿਆ ਆਪਣੇ ਮਿੱਤਰਾਂ ਨਾਲ ਹੀ ਉਹ ਸੁਣਨ, ਤਾਂ ਕਿ ਇਹ ਸਾਡਾ ਮਿਸ਼ਨ ਜਿਹੜਾ ਆ ਉਹ ਆਮ ਲੋਕਾਂ ਤੱਕ ਜਾ ਸਕੇ। ਧੰਨਵਾਦ।